सब्सक्राइब करें नेशनल बस और साथ ही दबाएं बेल आइकन। तो स्टार ਤਾਂ ਇਹਦਾ ਬੜਾ ਸੋਹਣਾ ਲੱਗਿਆ, ਡੀਜੀ ਦੀ ਪੋਸਟ ਤੋਂ ਉਤਾਰਨਾ ਪਿਆ ਸਰਕਾਰ ਨੂੰ ਇਹਨੂੰ। ਮੈਂ ਸੁਮੇਧ ਸਿੰਘ ਸੈਣੀ ਦੀ ਹਮੇਸ਼ਾ ਇੱਕ ਚੀਜ਼ ਕਹਿਣਾ ਕਿ ਇਹਨੇ ਸਿਰਫ ਕ੍ਰਿਮੀਨਲਸ ਨਾਲ ਲਿੰਕਸ ਰੱਖੇ ਹੈ, ਇਨੋਸੈਂਟ ਪਬਲਿਕ ਨੂੰ ਮਾਰਿਆ ਹੈ ਔਰ ਉਹ ਪਬਲਿਕ ਨੂੰ ਟੈਰਰਿਸਟ ਕਰਾਰ ਦਿੱਤਾ ਹੈ। ਹੁਣ ਜੇ ਤੁਸੀਂ ਉਹਨਾਂ ਨੂੰ ਇਨਵੈਸਟੀਗੇਸ਼ਨ ਤੋਂ ਬਦਲ ਵੀ ਦਿੰਦੇ ਹੋ ਤਾਂ ਵੀ ਮੇਰੇ ਖਿਆਲ ਨਾਲ ਔਨ ਰਿਕਾਰਡ ਰਹਿ ਗਿਆ ਸਾਰਾ ਕੁਝ। ਪਰ ਮਿਸਟਰ ਕੁੰਵਰ ਵਿਜੇ ਨੇ ਇੱਕ ਵਾਰੀ ਕਮੈਂਡੇਬਲ ਚੀਜ਼ ਕਰਤੀ ਆ, ਚਲਾਨ ਸੁਮੇਧ ਸਿੰਘ ਸੈਣੀ ਦੇ ਖਿਲਾਫ ਫਾਈਲ ਕਰਕੇ। ਕਾਲੀਆਂ ਭੇਡਾਂ ਦਾ ਜ਼ੋਰ ਚੱਲੇਗਾ ਜਾਂ ਉਹ ਚੁੱਪ ਕਰਕੇ ਬਹਿ ਜਾਣਗੇ। ਇਹਨਾਂ ਕੇਸਿਸ ਨੇ ਸੁਮੇਧ ਸਿੰਘ ਸੈਣੀ ਨੂੰ ਬੇਨਕਾਬ ਕੀਤਾ ਹੈ। ਸੁਮੇਧ ਸਿੰਘ ਸੈਣੀ ਨੇ ਪਾਠ ਕਰਦੇ ਹੋਏ ਲੋਕਾਂ ਦੇ ਉੱਤੇ ਫਾਇਰਿੰਗ ਦੇ ਆਰਡਰਸ ਦਿੱਤੇ, ਬੜੀ ਸ਼ੌਕਿੰਗ ਗੱਲ ਹੈ। ਕੁੰਵਰ ਵਿਜੇ ਵਰਗੇ ਆਫੀਸਰ ਨੇ ਇਹਦੇ ਵਿੱਚ ਸੁਮੇਧ ਸਿੰਘ ਸੈਣੀ ਦੇ ਖਿਲਾਫ ਚਲਾਨ ਫਾਈਲ ਕਰਤਾ ਹੈ। ਹੁਣ ਲੁਧਿਆਣਾ ਇਹ ਕਿਉਂ ਪੋਸਟਡ ਰਿਹਾ ਹੈ? ਕਿਉਂਕਿ ਇਹਨੇ ਸੁਮੇਧ ਸਿੰਘ ਸੈਣੀ ਦੇ ਕਿਹਾ ਫਰੀਦਕੋਟ ਭੇਜਿਆ, ਇੰਚਾਰਜ ਬਣਾਇਆ ਔਰ ਉਹਦੀ ਡਾਇਰੈਕਸ਼ਨਸ ਦੇ ਅੰਡਰ ਇਹ ਫਾਇਰਿੰਗ ਹੋਈ ਹੈ। ਦੋ ਬੰਦਿਆਂ ਦਾ ਬਹੁਤ ਅਹਿਮ ਰੋਲ ਹੈ। ਇੱਕ ਜਸਟਿਸ ਰਣਜੀਤ ਸਿੰਘ ਜਿਨ੍ਹਾਂ ਨੇ ਆਪਣੀ ਇੱਕ ਰਿਪੋਰਟ ਬਣਾ ਕੇ ਦਿੱਤੀ, ਦੂਸਰਾ ਆਈਜੀ ਕੁੰਵਰ ਵਿਜੇ ਜਿਨ੍ਹਾਂ ਨੇ ਚਲਾਨ ਪੇਸ਼ ਕੀਤਾ। ਕਾਨੂੰਨ ਦਾ ਖੌਫ ਵਰਦੀ ਦੇ ਵਾਲਿਆਂ ਦੇ ਵਿੱਚ ਦੁਬਾਰਾ ਇਨਫਿਊਜ਼ ਕਰਨ ਦਾ ਜਿਹੜਾ ਮੈਂ ਇੱਕ ਬੀੜਾ ਚੁੱਕਿਆ ਉਹਨੂੰ ਮੈਂ ਸਿਰੇ ਜ਼ਰੂਰ ਚੜਾਉਂਗਾ। ਸੁਮੇਧ ਸਿੰਘ ਸੈਣੀ ਐਕਸ ਡੀਜੀਪੀ ਪੰਜਾਬ, ਜਿਨ੍ਹਾਂ ਦਾ ਨਾਮ ਲੈਂਦੇ ਹੀ ਪਹਿਲਾਂ ਹੀ ਹੁਣ ਗੱਲ ਆਉਂਦੀ ਹੈ ਸਾਡੇ ਜ਼ਹਿਨ ਦੇ ਵਿੱਚ ਫੇਕ ਇਨਕਾਊਂਟਰਸ। ਉਸ ਬੰਦੇ ਦਾ ਨਾਮ ਫੇਕ ਇਨਕਾਊਂਟਰ ਦੇ ਨਾਲ ਇਸ ਤਰ੍ਹਾਂ ਜੁੜ ਗਿਆ ਜਿਸ ਤਰ੍ਹਾਂ ਕੋਈ ਫੈਵੀਕੋਲ ਦੇ ਅਸੀਂ ਕਹਿੰਦੇ ਹਾਂ ਵੀ ਫੈਵੀਕੋਲ ਦਾ ਜੋੜ ਟੁੱਟਦਾ ਨਹੀਂ, ਤੇ ਫੇਕ ਇਨਕਾਊਂਟਰ ਤੇ ਸੁਮੇਧ ਸਿੰਘ ਸੈਣੀ ਦਾ ਜੋੜ ਟੁੱਟਦਾ ਨਹੀਂ ਗਾ। ਸਾਡੇ ਨਾਲ ਪ੍ਰਦੀਪ ਵਿਰਕ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜਿਹੜਾ ਤਾਂ ਜੀ ਆਪਾਂ ਜਿਹਨੂੰ ਬਹਿਬਲ ਕਲਾਂ ਤੇ ਬਰਗਾੜੀ ਗੋਲੀकांड ਨੂੰ ਜਦੋਂ ਰੈਫਰ ਕਰਦੇ ਹਾਂ ਤੇ ਇੱਕ ਫੇਕ ਐਨਕਾਊਂਟਰ ਦਾ ਕੇਸ ਨਹੀਂ, ਇਹ ਤਾਂ ਇੱਕ ਇੰਨਾ ਮਤਲਬ ਪੁਲਿਸ ਦੀ ਵਰਦੀ ਦੀ ਦੁਰਵਰਤੋਂ ਵਾਲਾ ਕੇਸ ਹੈ ਕਿ ਸੁਮੇਧ ਸਿੰਘ ਸੈਣੀ ਨੇ ਪਾਠ ਕਰਦੇ ਹੋਏ ਲੋਕਾਂ ਦੇ ਉੱਤੇ ਫਾਇਰਿੰਗ ਦੇ ਆਰਡਰਸ ਦਿੱਤੇ। ਬੜੀ ਸ਼ੌਕਿੰਗ ਗੱਲ ਹੈ। ਮਤਲਬ ਮੈਂ ਜੇ ਅਸੀਂ ਫੇਕ ਐਨਕਾਊਂਟਰ ਕਹਿੰਦੇ ਹਾਂ, ਫੇਕ ਐਨਕਾਊਂਟਰ ਤਾਂ ਇਹ ਵੀ ਹੋ ਸਕਦਾ ਕਿ ਕਿਸੇ ਅੱਤਵਾਦੀ ਨੂੰ ਮਾਰ ਦਿੱਤਾ ਹੋਵੇ, ਹਾਲਾਂਕਿ ਸੁਮੇਧ ਸਿੰਘ ਸੈਣੀ ਨੇ ਕੋਈ ਅੱਤਵਾਦੀ ਮਾਰਿਆ ਹੀ ਨਹੀਂ। ਮੈਂ ਇਸ ਗੱਲ ਤੇ ਬਾਤ ਚਾਹੁੰਦਾ। ਤੇ ਇੱਥੇ ਤਾਂ ਪਾਠ ਕਰਦੇ ਹੋਏ ਲੋਕਾਂ ਨੇ ਜਿਨ੍ਹਾਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਕਰ ਰਹੇ ਸੀ ਔਰ ਉਹ ਵੀ ਪਾਠ ਕਰਦਿਆਂ ਹੋਇਆਂ ਉਹਨਾਂ ਤੇ ਗੋਲੀ ਚਲਾਤੀ। ਸੋ ਇਹੋ ਜਿਹੇ ਡੀਜੀਪੀ ਨੂੰ, ਜਿਹੜੀ ਸਰਕਾਰ ਨੇ ਡੀਜੀਪੀ ਲਾਇਆ, ਉਸੇ ਸਰਕਾਰ ਨੂੰ ਇਸਨੂੰ ਡੀਜੀਪੀ ਤੋਂ ਬਦਲਣਾ ਪਿਆ। ਇਹਦਾ ਮਤਲਬ ਇੰਨਾ ਘਟੀਆ ਇਹਦਾ ਐਕਟ ਸੀ। ਅਪਾਰਟ ਫਰੋਮ ਦੈਟ ਜੇ ਅਸੀਂ ਦੇਖੀਏ, ਸੁਮੇਧ ਸਿੰਘ ਸੈਣੀ ਨੂੰ ਮੈਂ ਸ਼ੁਰੂ ਤੋਂ ਕਹਿ ਰਿਹਾ ਕਿ ਮੁਲਤਾਨੀ ਕੇਸ ਔਰ ਦਿੱਲੀ ਜਿਹੜਾ ਸੈਣੀ ਸੀਬੀਆਈ ਇਹਨੂੰ ਜਿਹਦੇ 'ਚ ਪ੍ਰੋਸੀਕਿਊਟ ਕਰ ਰਹੀ ਹੈ, ਜਿਹਦੇ 'ਚ ਇਹਨੇ ਵਾਲੀਆ ਫੈਮਿਲੀ ਦੇ ਮੈਂਬਰਸ ਐਲੀਮੀਨੇਟ ਕੀਤੇ ਸੀ, ਜੋ ਕਿ ਇੱਕ ਹਿੰਦੂ ਫੈਮਿਲੀ ਸੀ ਜਿਨ੍ਹਾਂ ਦਾ ਦੂਰ ਦੂਰ ਤੱਕ ਕੋਈ ਸਿੱਖਾਂ ਨਾਲ ਲੈਣਾ ਦੇਣਾ ਨਹੀਂ ਸੀ। ਉਸ ਫੈਮਿਲੀ ਨੂੰ ਜਦੋਂ ਸੁਮੇਧ ਸਿੰਘ ਸੈਣੀ ਨੇ ਪਰਸਨਲ ਦੁਸ਼ਮਣੀ ਕਰਕੇ ਐਲੀਮੀਨੇਟ ਕੀਤਾ ਜਾਂ ਮੁਲਤਾਨੀ ਨੂੰ ਇੰਨੀ ਤਸ਼ੱਦਦ ਢਾਈ ਉਹਨਾਂ ਤੇ ਉਹਨਾਂ ਨੂੰ ਐਲੀਮੀਨੇਟ ਕੀਤਾ, ਇਹਨਾਂ ਕੇਸਿਸ ਨੇ ਸੁਮੇਧ ਸਿੰਘ ਸੈਣੀ ਨੂੰ ਬੇਨਕਾਬ ਕੀਤਾ ਹੈ। ਸੈਣੀ ਦਾ ਅਸਲੀ ਚਿਹਰਾ ਬਾਹਰ ਲਿਆਂਦਾ ਹੈ ਕਿ ਕਿਸ ਤਰ੍ਹਾਂ ਇਹਨੇ ਇਨੋਸੈਂਟ ਪਬਲਿਕ ਚੁੱਕ ਕੇ ਉਹਨਾਂ ਦੇ ਉੱਤੇ ਕਦੇ ਵੈਪਨਸ ਪਲਾਂਟ ਕਰਿਆ, ਉਹਨਾਂ 'ਤੇ ਝੂਠੇ ਕੇਸਿਸ ਪਲਾਂਟ ਕਰਕੇ ਉਹਨਾਂ ਨੂੰ ਟੈਰਰਿਸਟ ਸ਼ੋਅ ਕੀਤਾ ਹੈ ਔਰ ਉਹਨਾਂ ਨੂੰ ਟੌਰਚਰ ਕਰਕੇ ਮਾਰਿਆ ਹੈ। ਹੁਣ ਉਹਨਾਂ ਚੀਜ਼ਾਂ ਨੂੰ ਜੇ ਅਸੀਂ ਦੇਖੀਏ ਤੇ ਮਤਲਬ ਇਹੋ ਜਿਹਾ ਅਫਸਰ ਜਿਹਨੇ ਆਪਣੇ ਫਰਜ਼ ਨਿਭਾਉਣ ਦੀ ਜਗ੍ਹਾ ਫਰਜ਼ ਦੇ ਉਲਟ ਕੰਮ ਕੀਤਾ ਹੋਵੇ, ਉਹੀ ਅਫਸਰ ਜਦੋਂ ਡੀਜੀਪੀ ਬਣਿਆ ਤੇ ਉਹਨੇ ਆ ਗੋਲੀकांड ਕਰਵਾਤਾ। ਬਹਿਬਲ ਕਲਾਂ ਤੇ ਬਰਗਾੜੀ ਦੇ ਵਿੱਚ ਜਿਹੜੇ ਬੇਅਦਬੀ ਗੁਰੂ ਸਾਹਿਬ ਦੇ ਅੰਗਾਂ ਦੀ ਹੋਈ ਸੀ, ਉਹਨੂੰ ਲੈ ਕੇ ਜਿਹੜੇ ਲੋਕ ਇਨਸਾਫ ਮੰਗ ਰਹੇ ਸੀ, ਪਾਠ ਕਰ ਰਹੇ ਸੀ, ਉਹਨਾਂ ਤੇ ਗੋਲੀਆਂ ਚਲਵਾਤੀਆਂ। ਸੋ ਨੈਚੁਰਲੀ ਇਹੋ ਜਿਹਾ ਅਫਸਰ ਆਹੀ ਚੀਜ਼ ਕਰ ਸਕਦਾ। ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਮਿਸਟਰ ਕੁੰਵਰ ਵਿਜੇ ਵਰਗੇ ਆਫੀਸਰ ਨੇ ਇਹਦੇ ਵਿੱਚ ਸੁਮੇਧ ਸਿੰਘ ਸੈਣੀ ਦੇ ਖਿਲਾਫ ਚਲਾਨ ਫਾਈਲ ਕਰਤਾ ਹੈ। ਅੱਜ 5 ਸਾਲ ਬਾਅਦ ਐਟਲੀਸਟ ਇਹ ਉਮੀਦ ਤਾਂ ਉੱਠੀ ਹੋਈ ਹੈ ਕਿ ਇਸ ਕੇਸ ਦੇ ਵਿੱਚ ਹੁਣ ਸੁਮੇਧ ਸੈਣੀ ਟ੍ਰਾਇਲ ਫੇਸ ਕਰੂਗਾ ਔਰ ਇਹਨੂੰ ਇਹਦੇ ਪਾਪਾਂ ਦੀ ਸਜ਼ਾ ਮਿਲੂਗੀ। ਵਿਰਕ ਸਾਹਿਬ, ਸਭ ਤੋਂ ਅਹਿਮ ਗੱਲ ਇਹ ਹੈ ਕਿ ਸੁਮੇਧ ਸਿੰਘ ਸੈਣੀ ਦਾ ਜੇ ਅਸੀਂ ਰਿਕਾਰਡ ਚੈੱਕ ਕਰੀਏ ਤਾਂ ਇਹਦੀ ਇੱਕ ਸੈੱਟ ਟੀਮ ਰਹੀ ਹੈ ਜਿਹੜੇ ਕਿ ਇਹਦੀ ਪਾਰਟ ਐਂਡ ਪਾਰਸਲ ਰਹੀ ਹੈ ਸਾਰੇ ਕ੍ਰਾਈਮਸ ਦੇ ਵਿੱਚ। ਉਹਦੇ 'ਚ ਪਰਮਰਾਜ ਉਮਰਾ ਨੰਗਲ ਨੇ, ਹੋਰ ਜਿਹੜੇ ਕੋਈ ਡੀਐਸਪੀ ਰੈਂਕ ਦੇ, ਕੋਈ ਐਸਐਚਓ ਰੈਂਕ ਦੇ ਅਫਸਰ, ਇਹਨੇ ਹਮੇਸ਼ਾ ਹੀ ਆਪਣੇ ਨਾਲ ਰੱਖੇ ਨੇ। ਇਸ ਚਾਰਜ ਸ਼ੀਟ ਦੇ ਵਿੱਚ ਜੇ ਤੁਹਾਨੂੰ ਕੋਈ ਨੌਲੇਜ ਹੈ ਵੀ ਕਿਹੜੇ ਕਿਹੜੇ ਬੰਦਿਆਂ ਨੂੰ ਹੋਰ ਚਾਰਜ ਸ਼ੀਟ ਕੀਤਾ ਗਿਆ? ਬਿਲਕੁਲ ਜੀ, ਮੈਂ ਡਿਟੇਲ ਦੇਣਾ। ਤੁਹਾਡਾ ਕੁਐਸਚਨ ਬਿਲਕੁਲ ਠੀਕ ਹੈ ਕਿ ਇਹਨੇ ਮਤਲਬ ਗੱਲ ਤੁਹਾਡੀ ਸਹੀ ਹੈ, ਇਹਨੇ ਉਹੀ ਟੀਮ ਰੱਖੀ ਹੈ ਆਪਣੀ। ਇਹਦੇ ਵਿੱਚ ਇੱਕ ਤਾਂ ਪਰਮਰਾਜ ਸਿੰਘ ਉਮਰਾ ਨੰਗਲ ਆਉਂਦਾ ਹੈ, ਪਰ ਉਸ ਤੋਂ ਜ਼ਿਆਦਾ ਪ੍ਰੋਮੀਨੈਂਟਲੀ ਆਉਂਦਾ ਇੱਕ ਪਰਮਜੀਤ ਸਿੰਘ ਪੰਨੂ। ਹੁਣ ਪਰਮਜੀਤ ਸਿੰਘ ਪੰਨੂ ਉਹੀ ਆਫਿਸਰ ਹੈ ਜਿਹੜਾ ਇੱਕ ਐਸਪੀ ਰੈਂਕ ਤੇ ਹੈ ਤੇ ਕਰੀਬ 20 ਸਾਲ ਇਹ ਲੁਧਿਆਣਾ ਪੋਸਟਡ ਰਿਹਾ ਹੈ। ਹੁਣ ਲੁਧਿਆਣਾ ਇਹ ਕਿਉਂ ਪੋਸਟਡ ਰਿਹਾ ਹੈ? ਕਿਉਂਕਿ ਇਹਨੇ ਸੁਮੇਧ ਸਿੰਘ ਸੈਣੀ ਦੇ ਕਿਹਾ ਜਿਹੜੀ ਵਾਲੀਆ ਫੈਮਿਲੀ ਐਲੀਮੀਨੇਟ ਕੀਤੀ ਸੀ,
ਉਹਦੇ ਵਿੱਚ ਪੰਨੂ ਦਾ ਰੋਲ ਸੀ, ਔਰ ਪੰਨੂ ਉਹੀ ਆਫਿਸਰ ਹੈ ਜਿਹੜਾ ਸੁਮੇਧ ਸਿੰਘ ਸੈਣੀ ਦੇ ਨਾਲ ਦਿੱਲੀ ਟ੍ਰਾਇਲ ਫੇਸ ਕਰ ਰਿਹਾ। ਸੋ ਤੁਸੀਂ ਵੇਖੋ 94 ਦੇ ਵਿੱਚ CBI ਨੇ ਸੁਮੇਧ ਸੈਣੀ, ਸੁਖਮਹਿੰਦਰ ਸੰਧੂ, ਪਰਮਜੀਤ ਪੰਨੂ ਤੇ BC ਤਿਵਾਰੀ ਨੂੰ ਚਾਰਜ ਸ਼ੀਟ ਕੀਤਾ। ਉਹੀ ਪੰਨੂ ਸਰਵਿਸ ਦੇ ਵਿੱਚ ਹੁਣ ਬਚਿਆ ਹੈ, ਔਰ ਉਸੇ ਪੰਨੂ ਨੂੰ ਸੁਮੇਧ ਸਿੰਘ ਸੈਣੀ ਨੇ ਬਰਗਾੜੀ ਕੇਸ ਦੇ ਵਿੱਚ ਤੇ ਬਹਿਬਲ ਕਲਾਂ ਕੇਸ ਦੇ ਵਿੱਚ ਲੁਧਿਆਣੇ ਤੋਂ ਬੁਲਾ ਕੇ ਗੋਲੀਆਂ ਚਲਾਉਣ ਦੇ ਲਈ ਯੂਜ਼ ਕੀਤਾ। ਸੋ ਉਹੀ ਟੀਮ ਹੈ। ਦੂਜਾ ਤੁਸੀਂ ਆ ਜਾਓ ਪਰਮਰਾਜ ਉਮਰਾ ਨੰਗਲ ਤੇ। ਪਰਮਰਾਜ ਉਮਰਾ ਨੰਗਲ ਦਾ ਸੁਮੇਧ ਸੈਣੀ ਨਾਲ ਕਾਮਨ ਲਿੰਕ ਸੀ ਥਰੂ ਪੂਲਾ, ਪਰ ਪੂਲੇ ਤੇ ਆਪਾਂ ਬਾਅਦ ਚ ਆਉਂਦੇ ਹਾਂ। ਸੁਮੇਧ ਸੈਣੀ ਨੇ ਪਰਮਰਾਜ ਉਮਰਾ ਨੰਗਲ ਦਾ ਡਰੱਗ ਕੇਸ 'ਚ ਨਾਂ ਆਇਆ, ਇਹਨੇ ਉੱਥੇ ਉਹਦੇ ਖਿਲਾਫ FIR ਨਹੀਂ ਹੋਣ ਦਿੱਤੀ ਕਿ ਰਾਜਾ ਕੰਡੋਲਾ ਨੇ ਬੜਾ ਕਲੀਅਰ ਉਮਰਾ ਨੰਗਲ ਦਾ ਨਾਂ ਲਿਆ। ਉਸ ਤੋਂ ਇਲਾਵਾ ਉਮਰਾ ਨੰਗਲ ਦਾ ਫੇਕ ਐਨਕਾਊਂਟਰ ਬਾਹਰ ਆਇਆ, ਸੈਣੀ ਨੇ ਉਹਦੇ ਵਿੱਚ ਇਹਨੂੰ ਐਗਜ਼ੋਨਰੇਸ਼ਨ ਦਵਾਈ ਇੱਕ SIT ਕਨਸਟੀਟਿਊਟ ਕਰਕੇ। ਉਸ ਤੋਂ ਇਲਾਵਾ ਸੁਮੇਧ ਸਿੰਘ ਸੈਣੀ ਨੇ ਪਰਮਰਾਜ ਉਮਰਾ ਨੰਗਲ ਨੂੰ ਇੱਥੇ ਤੱਕ ਬਚਾਇਆ ਕਿ ਉਹਨੂੰ CP ਲੁਧਿਆਣਾ ਲਾਇਆ, ਔਰ ਜਦੋਂ ਐਕਸਟਰਾ ਫੋਰਸ ਦੀ ਲੋੜ ਪਈ ਕਮਿਸ਼ਨਰ ਆਫ ਪੁਲਿਸ ਦੀ ਪ੍ਰਾਈਮ ਪੋਸਟਿੰਗ ਉਮਰਾ ਨੰਗਲ ਨੂੰ ਦਿੱਤੀ, ਔਰ ਉਮਰਾ ਨੰਗਲ ਨੂੰ ਫਿਰ ਲੁਧਿਆਣੇ ਤੋਂ ਉਹ ਆਪਣੀ ਜੂਰਿਸਡਿਕਸ਼ਨ ਤੋਂ DGP ਦੇ ਆਰਡਰਸ ਤੋਂ ਬਿਨਾਂ ਨਹੀਂ ਜਾ ਸਕਦਾ ਸੀ। ਸੋ ਸੁਮੇਧ ਸੈਣੀ ਨੇ ਪਰਮਰਾਜ ਉਮਰਾ ਨੰਗਲ ਨੂੰ ਡਾਇਰੈਕਸ਼ਨਸ ਦੇ ਕੇ, ਆਰਡਰਸ ਦੇ ਕੇ ਫਰੀਦਕੋਟ ਭੇਜਿਆ, ਇੰਚਾਰਜ ਬਣਾਇਆ, ਔਰ ਉਹਦੀ ਡਾਇਰੈਕਸ਼ਨਸ ਦੇ ਅੰਡਰ ਇਹ ਫਾਇਰਿੰਗ ਹੋਈ ਹੈ। ਇਹ ਚਲਾਨ ਦੇ ਵਿੱਚ ਵੀ ਆ ਰਿਹਾ ਕਿ ਇਹਨਾਂ ਦੀਆਂ 22 ਕਾਲਸ ਐਕਸਚੇਂਜ ਹੋਈਆਂ, ਔਰ ਜੋ ਹੋਇਆ ਸੁਮੇਧ ਸਿੰਘ ਸੈਣੀ ਨੇ ਡਾਇਰੈਕਟ ਆਰਡਰਸ ਦਿੱਤੇ ਸੀ ਟੂ ਪਰਮਰਾਜ ਉਮਰਾ ਨੰਗਲ, ਜਿਸ ਤੋਂ ਬਾਅਦ ਇਹ ਫਾਇਰਿੰਗ ਹੋਈ ਹੈ। ਸੋ ਆਬਵੀਅਸ ਜੀ ਗੱਲ ਹੈ, ਹੁਣ ਪਰਮਰਾਜ ਉਮਰਾ ਨੰਗਲ ਨੇ ਇੱਕ ਫੇਕ ਐਨਕਾਊਂਟਰ ਦੇ ਵਿੱਚ ਇੱਕ ਪੁਲਿਸ ਆਫਿਸਰ ਨੂੰ, ਜਿਹਨੇ ਜਿਹੜਾ ਆਈ ਵਿਟਨੈਸ ਸੀ ਪੁਲਿਸ ਆਫਿਸਰ ਦੇ ਖਿਲਾਫ, ਕਿਰਪਾਲ ਸਿੰਘ ਰੰਧਾਵਾ, ਉਹਨੂੰ ਝੂਠੇ ਰੇਪ ਕੇਸ 'ਚ ਫਸਾਇਆ, ਜਿਹਦੇ ਲਈ 7 ਲੱਖ ਇਹਦੇ 'ਤੇ ਡੈਮੇਜਸ ਪਾਏ ਗਏ। ਸੋ ਜੇ ਤੁਸੀਂ ਉਮਰਾ ਨੰਗਲ ਦਾ ਟਰੈਕ ਰਿਕਾਰਡ ਵੇਖੋ, ਉਹ ਉਹੋ ਜਿਹਾ ਆਫਿਸਰ ਹੈ ਜਿਹਨੂੰ ਕਦੇ ਪ੍ਰਾਈਮ ਪੋਸਟਿੰਗ ਦੇਣੀ ਨਹੀਂ ਚਾਹੀਦੀ ਸੀ, ਉਹਨੂੰ ਤਾਂ ਅੰਡਰ ਸਸਪੈਂਸ਼ਨ ਰੱਖਣਾ ਚਾਹੀਦਾ ਸੀ। ਸੁਮੇਧ ਸੈਣੀ ਨੇ ਉਹੋ ਜਿਹੇ ਆਫਿਸਰ ਨੂੰ ਪ੍ਰਾਈਮ ਪੋਸਟਿੰਗ ਵੀ ਦਿੱਤੀ, ਔਰ ਇਹੋ ਜਿਹੀ ਥਾਵਾਂ 'ਤੇ ਇਹੋ ਜਿਹੇ ਇਨਸੀਡੈਂਟਲੀ ਭੇਜਿਆ ਇੰਚਾਰਜ ਬਣਾ ਕੇ। ਸੋ ਆਬਵੀਅਸ ਜੀ ਗੱਲ ਸੀ, ਇਹੋ ਜਿਹੇ ਕ੍ਰਿਮੀਨਲ ਆਫਿਸਰ ਨਹੀਂ ਜਾਂ ਕ੍ਰਿਮੀਨਲ ਇਨ ਯੂਨੀਫਾਰਮ ਨਹੀਂ ਇਨੋਸੈਂਟ ਪਬਲਿਕ ਤੇ ਗੋਲੀਆਂ ਚਲਾਉਣੀਆਂ ਸੀ, ਉਹੀ ਉਮਰਾ ਨੰਗਲ ਨੇ ਕੀਤਾ। ਵਿਰਕ ਸਾਹਿਬ, ਉਮਰਾ ਨੰਗਲ ਤੇ ਆਉਂਦੇ ਆ। ਉਮਰਾ ਨੰਗਲ ਦਾ ਇੱਕ ਪਹਿਲਾਂ ਵੀ ਫੇਕ ਐਨਕਾਊਂਟਰ ਦਾ ਕੇਸ ਚੱਲ ਰਿਹਾ, ਜਿਹੜਾ ਕਿ ਇਹਨੇ ਇੱਕ ਪਾਠੀ ਨੂੰ ਗੁਰਦਾਸਪੁਰ ਤੋਂ ਚੱਕ ਕੇ ਰੋਪੜ ਲਿਆ ਕੇ ਐਨਕਾਊਂਟਰ ਕੀਤਾ ਸੀ। ਉਸ ਕੇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਪਰਮਰਾਜ ਉਮਰਾ ਨੰਗਲ ਨੇ ਜੀ ਇੱਕ ਗੁਰਨਾਮ ਸਿੰਘ ਬੰਡਾਲਾ ਨਾਂ ਦੇ ਟੈਰਰਿਸਟ ਦਾ ਐਨਕਾਊਂਟਰ ਕੀਤਾ ਸੀ 94 ਦੇ ਵਿੱਚ। ਇਹਦਾ ਕਹਿਣਾ ਸੀ ਕਿ ਉਹ ਐਨਕਾਊਂਟਰ ਹੋਇਆ। ਹੁਣ ਹੈਰਾਨੀ ਦੀ ਗੱਲ ਇਹ ਸੀ ਕਿ 3-4 ਸਾਲਾਂ ਬਾਅਦ ਉਹੀ ਟੈਰਰਿਸਟ ਜਿਉਂਦਾ ਨਿਕਲਿਆ, ਔਰ ਇੱਕ ਫੈਮਿਲੀ ਅੱਗੇ ਆਈ ਜਿਹੜੀ ਕਹਿ ਰਹੀ ਸੀ ਕਿ ਸੁਖਪਾਲ ਸਿੰਘ ਨਾਂ ਦਾ ਉਹਨਾਂ ਦਾ ਫੈਮਿਲੀ ਮੈਂਬਰ ਸੀ, ਜਿਹਨੂੰ ਗੁਰਨਾਮ ਸਿੰਘ ਬੰਡਾਲਾ ਕਹਿ ਕੇ ਜਾਂ ਗੁਰਨਾਮ ਸਿੰਘ ਬੰਡਾਲਾ ਦੀ ਉਹਦੇ 'ਤੇ ਆਈਡੈਂਟੀਟੀ ਪਲਾਂਟ ਕੀਤੀ ਉਮਰਾ ਨੰਗਲ ਨੇ, ਔਰ ਫਿਰ ਉਹਨੂੰ ਮਾਰਿਆ। ਹੁਣ 94 ਤੋਂ ਭੱਜੇ ਫਿਰੇ, ਉਹਨਾਂ ਨੂੰ ਕਿਤੇ ਇਨਸਾਫ ਨਹੀਂ ਮਿਲਿਆ। ਫਾਈਨਲੀ 2007 ਦੇ ਵਿੱਚ ਜਦੋਂ ਇੱਕ ਇਨਕੁਆਇਰੀ ਸ਼ੁਰੂ ਹੋਈ ਇਸ ਗੱਲ 'ਤੇ, ਉਦੋਂ ਮਿਸਟਰ ਵਿਰਦੀ ਕੋਲ ਇਨਕੁਆਇਰੀ ਗਈ, ਫਿਰ DIG ਰੋਪੜ ਕੋਲ ਗਈ। ਉਸ ਤੋਂ ਬਾਅਦ ਫਾਈਨਲੀ ਸੁਮੇਧ ਸਿੰਘ ਸੈਣੀ ਨੇ DGP ਬਣ ਕੇ ਇੱਕ SIT ਕਨਸਟੀਟਿਊਟ ਕਰਕੇ ਉਮਰਾ ਨੰਗਲ ਨੂੰ ਐਗਜ਼ੋਨਰੇਟ ਕਰਾਤਾ। ਉਸ SIT ਨੇ ਇਹ ਵੀ ਮੁਨਾਸਿਬ ਨਹੀਂ ਸਮਝਿਆ ਕਿ ਵੀ ਜਿਹੜੇ ਬੰਦੇ ਨੂੰ ਮਾਰਤਾ ਉਹ ਜਿਉਂਦਾ ਨਿਕਲਿਆ ਹੈ, ਤੇ ਫਿਰ ਐਟਲੀਸਟ ਜਿਹੜਾ ਬੰਦਾ ਮਰਿਆ ਸੀ ਉਹਦੀ ਆਈਡੈਂਟੀਟੀ ਤਾਂ ਸਟੈਬਲਿਸ਼ ਕੀਤੀ ਜਾਵੇ। ਉਹਨਾਂ ਨੇ ਕਿਹਾ ਨਹੀਂ ਐਟਲੀਸਟ ਸੁਖਪਾਲ ਸਿੰਘ ਨਹੀਂ ਮਰਿਆ। ਫਾਈਨਲੀ ਆਨਰੇਬਲ ਹਾਈ ਕੋਰਟ ਨੇ ਇਸ ਚੀਜ਼ ਦੇ ਉੱਤੇ SIT ਕਨਸਟੀਟਿਊਟ ਕੀਤੀ, ਔਰ ਉਸ SIT ਨੇ ਫਾਈਂਡਿੰਗ ਦਿੱਤੀ ਹੈ ਕਿ ਸੁਖਪਾਲ ਸਿੰਘ ਦੀ ਡਿਸਅਪੀਅਰੈਂਸ ਔਰ ਇੱਥੇ ਜਿਹੜਾ ਫੇਕ ਐਨਕਾਊਂਟਰ ਹੋਇਆ ਬੰਡਾਲਾ ਦਾ, ਦੇ ਆਰ ਇੰਟ੍ਰਿਕੇਟਲੀ ਲਿੰਕਡ। ਉਹ ਹੁਣ ਇਨਵੈਸਟੀਗੇਸ਼ਨ ਪੈਂਡਿੰਗ ਹੈ, ਔਰ ਜਿਹੜੀ ਪਿਛਲੀ SIT ਦੀ ਰਿਪੋਰਟ ਸੀ ਉਹਨੂੰ ਹਾਈ ਕੋਰਟ ਨੇ ਰਿਜੈਕਟ ਕਰਕੇ SIT ਬਣਾਈ ਸੀ। ਸੋ ਸਾਨੂੰ ਹੁਣ ਇਸ SIT ਦੇ ਵੀ ਫੇਥ ਹੈ, ਹੁਣ ਉਹਦੀ ਆਊਟਕਮ ਦੇਖ ਰਹੇ ਅਸੀਂ, ਤਫਤੀਸ਼ ਕੀ ਆਉਂਦੀ ਹੈ। ਸੋ ਇਹ ਉਮਰਾ ਨੰਗਲ ਦਾ ਟਰੈਕ ਰਿਕਾਰਡ ਹੈ। ਵਿਰਕ ਸਾਹਿਬ, ਜਿਸ ਤਰ੍ਹਾਂ ਤੁਸੀਂ ਸਾਰੇ ਆਪਣੇ ਇੰਟਰਵਿਊ 'ਚ ਗੱਲ ਕਹੀ ਹੈ ਕਿ ਮੈਂ ਸੁਮੇਧ ਸਿੰਘ ਸੈਣੀ ਨੂੰ ਬੇਨਕਾਬ ਕਰਾਂਗਾ ਔਰ ਹਰ ਕੇਸ 'ਚ ਉਹਨੂੰ ਬੇਨਕਾਬ ਕਰਾਂਗਾ, ਹੁਣ ਤੁਹਾਨੂੰ ਕੀ ਲੱਗਦਾ ਹੈ, ਕਿਉਂਕਿ 4 ਕੇਸ FIRs ਇਹਦੇ ਖਿਲਾਫ ਹੋ ਚੁੱਕੀਆਂ ਨੇ, ਇੱਕ ਮੁਲਤਾਨੀ ਵਾਲੀ, ਇੱਕ ਜਿਹੜੀ ਬਹੁਤ ਪੁਰਾਣੀ ਚੱਲ ਰਹੀ ਹੈ ਜਿਹਦੇ 'ਚ ਬਚਦਾ ਆ ਰਿਹਾ ਆਸ਼ੀਸ਼ ਵਾਲੀਆ ਵਾਲੀ, ਉਹਦੇ ਜਿਹੜਾ ਹਿੰਦੂ ਪਰਿਵਾਰ ਇਹਨੇ ਸਾਰਾ ਚੱਕ ਕੇ ਭੱਠੀ 'ਚ ਸਿੱਟਿਆ, ਔਰ ਹੁਣ ਬਰਗਾੜੀ ਔਰ ਬਹਿਬਲ ਕਲਾਂ। ਹੁਣ ਇਹ 4 ਕੇਸਾਂ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਕਿ, ਕਿਉਂਕਿ ਮੈਂ ਇਸ 'ਚ ਇੱਕ ਗੱਲ ਤੁਹਾਨੂੰ ਕਹਿਣਾ ਚਾਹਾਂਗਾ ਕਿ ਆਲਰੇਡੀ ਇਹਦੀਆਂ ਕੁਝ ਕਾਲੀਆਂ ਭੇਡਾਂ ਇਹਨੂੰ ਬਚਾਉਣ 'ਚ ਲੱਗੀਆਂ ਹੋਈਆਂ ਨੇ ਸਾਰੇ ਕੇਸਾਂ 'ਚ ਹੀ, ਠੀਕ ਹੈ। ਹੁਣ ਤੁਹਾਨੂੰ ਕੀ ਲੱਗਦਾ ਵੀ ਉਹ ਕਾਲੀਆਂ ਭੇਡਾਂ ਦਾ ਜ਼ੋਰ ਚੱਲੇਗਾ ਜਾਂ ਉਹ ਚੁੱਪ ਕਰਕੇ ਬਹਿ ਜਾਣਗੀਆਂ? ਸਰ ਬੜੀ ਸਿੰਪਲ ਜੀ ਗੱਲ ਹੈ, ਜਿਹਨੇ ਇਹਨੂੰ ਬਚਾਉਣਾ ਬਚਾ ਲਵੇ, ਸੈਣੀ ਨਹੀਂ ਬਚਦਾ। ਦੇਖੋ ਰੱਬ ਦੀ ਮਿਹਰ ਹੈ, ਨਿਕਲਣ ਨਹੀਂ ਮੈਂ ਇਹਨੂੰ ਦਿੰਦਾ, ਭਾਵੇਂ ਉਹ ਮੁਲਤਾਨੀ ਕੇਸ ਹੋਵੇ ਭਾਵੇਂ ਦੂਜਾ ਕੋਈ ਕੇਸ ਹੋਵੇ। ਸੁਮੇਧ ਸਿੰਘ ਸੈਣੀ ਨੂੰ ਉਹਦੇ ਪਾਪਾਂ ਦੀ ਸਜ਼ਾ ਤਾਂ ਦਿਵਾਵਾਂਗੇ, ਔਰ ਵਰਦੀ ਦੇ ਵਿੱਚ ਰਹਿ ਕੇ ਇਹੋ ਜਿਹੇ ਗਲਤ ਕੰਮ ਕਰਨ ਵਾਲਿਆਂ ਨੂੰ ਸਜ਼ਾ ਦਿਵਾ ਕੇ ਸੁਮੇਧ ਸਿੰਘ ਸੈਣੀ ਦੀ ਇੱਕ ਐਗਜ਼ਾਮਪਲ ਬਣਾ ਕੇ ਕਾਨੂੰਨ ਦਾ ਖੌਫ ਵਰਦੀ ਦੇ ਵਾਲਿਆਂ ਦੇ ਵਿੱਚ ਦੁਬਾਰਾ ਇਨਫਿਊਜ਼ ਕਰਨ ਦਾ ਜਿਹੜਾ ਮੈਂ ਇੱਕ ਬੀੜਾ ਚੁੱਕਿਆ ਉਹਨੂੰ ਮੈਂ ਸਿਰੇ ਜ਼ਰੂਰ ਚੜਾਊਂਗਾ।
ਉਹਦਾ ਕਾਰਨ ਇਹ ਹੈ, ਕਿਤੇ ਨਾ ਕਿਤੇ ਮੈਂ ਆਪ ਵੀ ਇਹ ਯੂਨੀਫਾਰਮ ਪਾਈ ਸੀ, ਔਰ ਕਿਤੇ ਵੀ ਜੇ ਇਹ ਚੀਜ਼ ਨੂੰ ਅਸੀਂ ਅੱਜ ਨਹੀਂ ਚੈੱਕ ਕਰਾਂਗੇ ਤੇ ਜਿਹੜੇ ਆਫਿਸਰਸ ਵਰਦੀ ਇੱਕ ਦੇਸ਼ ਦੀ ਸੇਵਾ ਲਈ ਪਾਉਂਦੇ ਹੈ, ਉਹਨਾਂ ਦਾ ਨੰਬਰ ਨਾ ਸਿਰਫ ਘਟੂਗਾ, ਉਹ ਖਤਮ ਹੋ ਜਾਊਗਾ ਨੰਬਰ। ਉਹਨਾਂ ਨੂੰ ਇਹ ਲੱਗੂਗਾ ਕਿ ਗਲਤ ਰਾਹ ਫੜ ਕੇ ਹੀ ਕਾਮਯਾਬੀ ਹਾਸਲ ਹੋ ਸਕਦੀ ਹੈ। ਲਾਅ ਦਾ ਜਿਹੜਾ ਪ੍ਰੋਟੈਕਟਰ ਹੈ, ਜਿਹੜਾ ਰਕਸ਼ਕ ਹੈ ਕਾਨੂੰਨ ਦਾ, ਉਹਨੂੰ ਭਖਸ਼ਕ ਬਣਨ ਤੋਂ ਰੋਕਣ ਦਾ ਇੱਕੋ ਹੀ ਤਰੀਕਾ ਹੈ ਕਿ ਕਾਨੂੰਨ ਸਭ ਦੇ ਲਈ ਬਰਾਬਰ ਹੈ। ਇਹ ਸਭ ਤੋਂ ਪਹਿਲਾਂ ਉਹਨੂੰ ਸਮਝ ਆਵੇ ਔਰ ਉਹਨੂੰ ਆ ਪਤਾ ਹੋਵੇ ਕਿ ਜੇ ਮੈਂ ਕੁਝ ਇਲੀਗਲ ਕਰਾਂਗਾ ਤਾਂ ਮੈਨੂੰ ਉਸ ਪਾਪ ਦੀ ਸਜ਼ਾ ਜ਼ਰੂਰ ਮਿਲੂਗੀ। ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ, ਮੈਂ ਆਪਣੇ ਪਾਪਾਂ ਤੋਂ ਭੱਜ ਨਹੀਂ ਸਕਦਾ। ਇਹੀ ਚੀਜ਼ ਸੁਮੇਧ ਸਿੰਘ ਸੈਣੀ ਨੂੰ ਵੀ ਮੈਂ ਰਿਅਲਾਈਜ਼ ਕਰਾਵਾਂਗਾ ਉਹਦੇ ਅੰਜਾਮ ਤੱਕ ਲਿਜਾ ਕੇ। ਵਿਰਕ ਸਾਹਿਬ, ਇਹਨੇ ਇੱਕ ਬਲੈਂਕਟ ਬੇਲ ਲਈ ਹੈ ਸੁਪਰੀਮ ਕੋਰਟ ਤੋਂ, ਉਸ ਬੇਲ ਦਾ ਇਸ ਕੇਸ ਤੇ ਕੋਈ ਅਸਰ ਪਏਗਾ? ਸਰ, ਬਲੈਂਕਟ ਬੇਲ ਤਾਂ ਇਹਨੂੰ ਹਾਈ ਕੋਰਟ 'ਚੋਂ ਪਹਿਲਾਂ ਹੀ ਮਿਲ ਚੁੱਕੀ ਸੀ ਔਰ ਉਹਦੇ ਵਿੱਚ ਇਹਨੇ ਬਰਗਾੜੀ ਔਰ ਬਹਿਬਲ ਕਲਾਂ ਦੇ ਕੇਸਿਸ ਨੂੰ ਰੈਫਰ ਕੀਤਾ ਸੀ। ਉਹ ਕਾਫੀ ਦੇਰ ਤੋਂ ਪੈਂਡਿੰਗ ਸੀ। ਹੁਣ ਇਨਫੈਕਟ ਉਹ ਜਜਮੈਂਟ ਵੀ ਰਿਜ਼ਰਵ ਹੈ। ਉਹਦੇ ਵਿੱਚ ਇਹਨੂੰ ਐਡਵਾਂਸ ਨੋਟਿਸ ਦੀ ਆਪਸ਼ਨ ਕੋਰਟ ਨੇ ਦੇ ਰੱਖੀ ਸੀ ਕਿ ਇਹਨੂੰ ਐਡਵਾਂਸ ਨੋਟਿਸ ਦਿੱਤਾ ਜਾਵੇ ਇਨ ਕੇਸ ਇਹਨੂੰ ਅਰੈਸਟ ਕਰਨਾ ਹੈ। ਸੋ ਬਲੈਂਕਟ ਬੇਲ ਤਾਂ ਸੁਮੇਧ ਸੈਣੀ ਕੋਲ ਆਲਰੇਡੀ ਹੈਗੀ ਹੈ, ਪਰ ਉਹਦਾ ਫਰਕ ਨਹੀਂ ਪੈਂਦਾ ਬਿਕੋਜ਼ ਇੱਥੇ ਇਹਨੂੰ ਜੇਲ੍ਹ 'ਚ ਪਾਉਣਾ ਰੈਲੇਵੈਂਟ ਨਹੀਂ ਹੈ। ਇਸ ਕੇਸ ਦੇ ਵਿੱਚ ਜ਼ਰੂਰੀ ਇਹ ਹੈ ਕਿ ਟਰਾਇਲ ਛੇਤੀ ਹੋ ਕੇ ਜਿਹੜੇ ਪੁਲਿਸ ਵਾਲਿਆਂ ਨੇ ਇਨੋਸੈਂਟ ਪਬਲਿਕ ਨੂੰ ਮਾਰਿਆ, ਉਹਨਾਂ ਦੀ ਰੱਖਿਆ ਕਰਨ ਦੀ ਜਗ੍ਹਾ ਉਹਨਾਂ ਨੂੰ ਸਜ਼ਾ ਦਿਵਾਉਣੀ ਜ਼ਰੂਰੀ ਹੈ। ਬਿਕੋਜ਼ ਇਹੋ ਜੀ ਇੱਕ ਕੇਸ ਦੀ ਐਗਜ਼ਾਮਪਲ ਸੈੱਟ ਹੋਊਗੀ ਤਾਂ ਹੀ ਬਾਕੀ ਪੁਲਿਸ ਵਾਲੇ ਵੀ ਸਹੀ ਰਸਤੇ ਤੇ ਰਹਿਣਗੇ ਔਰ ਕਦੇ ਗਲਤ ਹਰਕਤ ਕਰਨ ਤੋਂ ਪਹਿਲਾਂ ਸੋਚਣਗੇ। ਵਿਰਕ ਸਾਹਿਬ, ਇਹ IG ਉਮਰਾ ਨੰਗਲ ਲੱਗਿਆ ਹੋਇਆ ਸੀ ਉਸ ਵੇਲੇ ਕਮਿਸ਼ਨਰ ਲੁਧਿਆਣਾ। ਕਿਆ ਉੱਥੇ ਦੇ ਜਿਹੜੇ IG ਜਾਂ ਬਾਕੀ ਆਫਿਸਰ ਸੀਗੇ ਫਰੀਦਕੋਟ ਦੇ ਜਾਂ ਫਿਰੋਜ਼ਪੁਰ ਦੇ ਰੇਂਜ ਦੇ ਜਿਹੜੇ ਵੀ ਆਫਿਸਰ ਸੀਗੇ, ਕਿਆ ਉਹ ਇੰਨੇ ਇਨਕੈਪੇਬਲ ਸੀ ਵੀ ਇਹਨਾਂ ਨੂੰ ਸੁਮੇਧ ਸਿੰਘ ਸੈਣੀ ਨੂੰ IG ਉਮਰਾ ਨੰਗਲ ਲਿਆਉਣਾ ਪਿਆ, ਜਾਂ ਇਹਨੇ ਪਹਿਲਾਂ ਹੀ ਪਲਾਨ ਕਰ ਲਿਆ ਸੀ ਕਿ ਜੀ ਮੈਂ ਨਿਹੱਥਿਆਂ ਤੇ ਗੋਲੀਆਂ ਚਲਾ ਕੇ ਔਰ ਮੈਂ ਜੋ ਇਹਦਾ ਪੁਰਾਣਾ ਮੋਡਸ ਆਫ ਆਪਰੈਂਡੀ ਹੈ ਵੀ ਕਮਜ਼ੋਰ ਤੇ ਗੋਲੀ ਚਲਾਣੀ ਹੈ ਔਰ ਆਪਣੇ ਫੀਤੀ ਲਵਾਉਣੀ ਹੈ, ਆਪਣੇ ਸਟਾਰ ਲਵਾਉਣਾ ਹੈ, ਕਿ ਇਹਦੀ ਤੁਹਾਨੂੰ ਇਹ ਲੱਗਦਾ ਪਹਿਲਾਂ ਹੀ ਮਨਸ਼ਾ ਸੀਗੀ? ਦੇਖੋ, ਸਟਾਰ ਤਾਂ ਇਹਦਾ ਬੜਾ ਸੋਹਣਾ ਲੱਗਿਆ, DG ਦੀ ਪੋਸਟ ਤੋਂ ਉਤਾਰਨਾ ਪਿਆ ਸਰਕਾਰ ਨੂੰ ਇਹਨੂੰ, ਔਰ ਦੁਬਾਰਾ ਉਹਨਾਂ ਨੇ ਕਦੇ ਪੋਸਟ ਵੀ, ਜਿਹੜੇ ਸਰਕਾਰ ਨੇ DGP ਲਾਇਆ ਉਸੇ ਸਰਕਾਰ ਨੇ ਹਟਾਇਆ ਔਰ ਦੁਬਾਰਾ ਲਾਇਆ ਵੀ ਨਹੀਂ ਇਹਨੂੰ। ਫੀਤੀ ਤਾਂ ਇਹਨੂੰ ਬਹੁਤ ਵਧੀਆ ਮਿਲੀ, ਸਟਾਰ ਇਹਨੂੰ ਬਹੁਤ ਵਧੀਆ ਮਿਲਿਆ, ਹੀ ਡਿਜ਼ਰਵਡ ਇਟ। ਔਰ ਉਸ ਚੀਜ਼ ਲਈ ਮੈਂ ਸਰਕਾਰ ਨੂੰ ਵੀ ਸ਼ਾਬਾਸ਼ੀ ਦਿੰਦਾ ਕਿ ਐਟਲੀਸਟ ਇਹਦੇ ਖਿਲਾਫ ਐਕਸ਼ਨ ਤਾਂ ਸ਼ੁਰੂ ਕੀਤਾ। ਦੂਜੀ ਗੱਲ, ਜਿੱਥੇ ਤੱਕ ਕਿ ਸੁਮੇਧ ਸਿੰਘ ਸੈਣੀ ਦਾ ਉਮਰਾ ਨੰਗਲ ਨੂੰ ਇੰਚਾਰਜ ਬਣਾਉਣ ਦਾ ਸਵਾਲ ਹੈ, ਦੇਖੋ ਆਫਿਸਰ ਹੋਰ ਵੀ ਸੀਗੇ, ਕਾਫੀ ਸੀ ਉੱਥੇ। ਉਹ ਜਿਹੜੀ ਪਰਟੀਕੂਲਰ ਰੇਂਜ ਪੈਂਦੀ ਹੈ, ਫਿਰੋਜ਼ਪੁਰ ਰੇਂਜ ਜਾਂ ਫਰੀਦਕੋਟ ਰੇਂਜ, ਉੱਥੋਂ ਦੇ ਵੀ ਆਫਿਸਰ ਸੀਗੇ। ਪਰ ਉਮਰਾ ਨੰਗਲ ਵਾਸ ਦੀ ਪਰਸਨ ਜਿਹਨੂੰ ਸੁਮੇਧ ਸੈਣੀ ਡਾਇਰੈਕਟਲੀ ਆਰਡਰਸ ਦੇ ਰਿਹਾ ਸੀ, ਕਿਉਂਕਿ ਸੈਣੀ ਦੀ ਜਿਹੜੀ ਟੀਮ ਹੁੰਦੀ ਹੈ ਉਹ ਸੈਣੀ ਨੂੰ ਉਹੀ ਆਫਿਸਰਸ ਨੇ ਜਿਹੜੇ ਇਹਦੇ ਇਸ਼ਾਰਿਆਂ ਤੇ ਕੁਝ ਵੀ ਇਲੀਗਲ ਕਰ ਦੇਣਗੇ। ਇੱਕ ਇਨੋਸੈਂਟ ਪਾਠ ਕਰਦੇ ਹੋਏ ਲੋਕਾਂ ਦੇ ਗਰੁੱਪ ਦੇ ਉੱਤੇ ਗੋਲੀਆਂ ਚਲਾਉਣੀਆਂ ਔਰ ਉਸ ਤੋਂ ਬਾਅਦ ਇਹ ਸ਼ੋਅ ਕਰਨਾ ਕਿ ਪਬਲਿਕ ਐਗਰੈਸਰ ਸੀ, ਇਹ ਆਮ ਪੁਲਿਸ ਵਾਲਾ ਨਹੀਂ ਕਰ ਸਕਦਾ। ਇੱਕ ਬਹੁਤ ਹੀ ਮੈਂ ਕਹਾਂਗਾ ਜ਼ਾਲਿਮ ਕਿਸਮ ਦਾ ਪੁਲਿਸ ਵਾਲਾ ਹੋਊਗਾ ਜਿਹੜੀ ਇਹੋ ਜਿਹੀ ਚੀਜ਼ ਕਰੂਗਾ, ਇੰਨੀ ਐਵੀਡੈਂਸ ਫੈਬਰੀਕੇਟ ਕਰੂਗਾ, ਜੋ ਇਸ ਕੇਸ ਦੇ ਵਿੱਚ ਕੀਤੀ ਗਈ ਹੈ। ਹੁਣ ਜਿਹੜੀ ਮੈਂ ਪਹਿਲਾਂ ਹੀ ਗੱਲ ਰੈਫਰ ਕੀਤੀ ਸੀ ਉਹ ਹੈ ਨਿਹੰਗ ਅਜੀਤ ਸਿੰਘ ਭੂਲਾ, ਜਿਹੜਾ ਉਮਰਾ ਨੰਗਲ ਤੇ ਸੈਣੀ ਦੋਵਾਂ ਦਾ ਕਾਮਨ ਫਰੈਂਡ ਸੀ। ਇੱਥੇ ਤੱਕ ਕਿ ਨਿਹੰਗ ਅਜੀਤ ਸਿੰਘ ਭੂਲਾ ਸੁਮੇਧ ਸਿੰਘ ਸੈਣੀ ਦੇ ਇੰਨਾ ਕਲੋਜ਼ ਸੀ ਕਿ ਭੂਲੇ ਦੇ ਫਾਦਰ ਦੀ ਡੈਥ ਤੇ ਸੁਮੇਧ ਸੈਣੀ ਦੀ ਦਸਤਾਰਬੰਦੀ ਹੋਈ ਹੈ। ਮਤਲਬ ਸੁਮੇਧ ਸਿੰਘ ਸੈਣੀ ਸਮਝੋ ਭੂਲੇ ਦਾ ਵੱਡਾ ਭਰਾ ਸੀ। ਓਬਿਚਰੀ ਜਿਹੜੀ ਸੁਮੇਧ ਸਿੰਘ ਸੈਣੀ ਦਾ ਨਾਂ ਆਇਆ ਹੈ ਭੂਲੇ ਦੇ ਫਾਦਰ ਦੀ ਓਬਿਚਰੀ ਦੇ ਵਿੱਚ ਅਖਬਾਰ 'ਚ। ਹੁਣ ਜੇ ਸੁਮੇਧ ਸਿੰਘ ਸੈਣੀ ਇੰਨਾ ਅਪਰਾਈਟ ਆਫਿਸਰ ਸੀ ਤੇ ਉਹਨੂੰ ਉਮਰਾ ਨੰਗਲ ਵਰਗੇ ਆਫਿਸਰ ਨੂੰ ਡਿਪਿਊਟ ਕਿਉਂ ਕਰਨਾ ਪਿਆ? ਉਹਨੂੰ ਇੰਨੀ ਪ੍ਰੋਟੈਕਸ਼ਨ ਕਿਉਂ ਦੇਣੀ ਪਈ? ਔਰ ਇੰਨੀ ਪ੍ਰੋਟੈਕਸ਼ਨ ਦੇਣ ਤੋਂ ਬਾਅਦ ਕਿ ਉਹਦੇ ਖਿਲਾਫ ਕੋਈ ਕਾਰਵਾਈ ਨਾ ਹੋਵੇ, ਕਿਸੇ ਕੇਸ ਦੇ ਵਿੱਚ ਕਾਰਵਾਈ ਨਾ ਹੋਵੇ, ਉਸ ਤੋਂ ਇਲਾਵਾ ਉਹਨੂੰ ਭੂਲੇ ਵਰਗੇ ਕ੍ਰਿਮੀਨਲ ਨਾਲ ਆਪਣੇ ਲਿੰਕਸ ਕਿਉਂ ਰੱਖਣੇ ਪਏ? ਮੈਂ ਸੁਮੇਧ ਸਿੰਘ ਸੈਣੀ ਦੀ ਹਮੇਸ਼ਾ ਇੱਕ ਚੀਜ਼ ਕਹਿਣਾ ਕਿ ਇਹਨੇ ਸਿਰਫ ਕ੍ਰਿਮੀਨਲਸ ਨਾਲ ਲਿੰਕਸ ਰੱਖੇ ਹੈ, ਇਨੋਸੈਂਟ ਪਬਲਿਕ ਨੂੰ ਮਾਰਿਆ ਹੈ ਔਰ ਉਹ ਪਬਲਿਕ ਨੂੰ ਟੈਰਰਿਸਟ ਕਰਾਰ ਦਿੱਤਾ ਹੈ। ਹੁਣ ਮੈਨੂੰ ਇਹ ਗੱਲ ਦੱਸੋ, ਜਦੋਂ ਤੱਕ ਮੁਲਤਾਨੀ ਕੇਸ ਦੇ ਵਿੱਚ ਸੈਣੀ ਬੇਨਕਾਬ ਨਹੀਂ ਹੋਇਆ ਸੀ, ਬਲਵੰਤ ਸਿੰਘ ਮੁਲਤਾਨੀ ਨੂੰ ਟੈਰਰਿਸਟ ਕਿਹਾ ਜਾ ਰਿਹਾ ਸੀ। ਅੱਜ ਉਹ ਵਿਕਟਿਮ ਨਿਕਲ ਰਿਹਾ, ਉਹ ਇੱਕ ਇਨੋਸੈਂਟ ਬੰਦਾ ਨਿਕਲ ਰਿਹਾ। ਔਰ ਕਿਹਨੇ ਸਾਰਾ ਕੁਝ ਕੀਤਾ? ਸੁਮੇਧ ਸੈਣੀ ਨੇ। ਉਸੇ ਤਰ੍ਹਾਂ ਬਰਗਾੜੀ ਤੇ ਬਹਿਬਲ ਕਲਾਂ ਕੇਸ 'ਚ ਵੇਖੋ, ਪਬਲਿਕ ਪਾਠ ਕਰ ਰਹੀ ਹੈ ਬੈਠ ਕੇ, ਬੇਅਦਬੀ ਵਾਲਿਆਂ ਦੇ ਲਈ ਸਜ਼ਾ ਮੰਗ ਰਹੀ ਹੈ ਕਿ ਵੀ ਫੇਅਰ ਇਨਵੈਸਟੀਗੇਸ਼ਨ ਕਰੋ, ਉਸ ਪਬਲਿਕ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ। ਕਿਉਂ? ਕਿਉਂਕਿ ਪੁਲਿਸ ਨੇ ਉਸ 'ਤੇ ਸਵਾਲ ਚੁੱਕ ਲਏ। ਇਸ ਤੋਂ ਜ਼ਿਆਦਾ ਇਲੀਗਲ ਐਕਸ਼ਨ ਸੁਮੇਧ ਸਿੰਘ ਸੈਣੀ ਕੀ ਕਰਵਾ ਸਕਦਾ ਸੀ? ਉਸ ਪਬਲਿਕ ਤੇ ਗੋਲੀਆਂ ਚਲਵਾ ਕੇ ਫਿਰ ਸ਼ੋਅ ਕਰਵਾਇਆ ਕਿ ਜੀ ਉਹ ਪਬਲਿਕ ਆਰਮਡ ਸੀ, ਉਹ ਐਗਰੈਸਰ ਸੀ, ਪੁਲਿਸ ਵਾਲਿਆਂ ਨੂੰ ਸੈਲਫ ਡਿਫੈਂਸ ਦੇ ਵਿੱਚ ਚਲਾਉਣੀ ਪਈਆਂ ਗੋਲੀਆਂ। ਬਾਕੀ ਸੱਚਾਈ ਤਾਂ ਪੰਜਾਬ ਦੀ ਸਾਰੀ ਪਬਲਿਕ ਜਾਣਦੀ ਹੈ। ਹੁਣ ਇਸ ਕਰਕੇ ਜਿੱਥੇ ਤੱਕ ਸੁਮੇਧ ਸਿੰਘ ਸੈਣੀ ਦਾ ਸਵਾਲ ਹੈ, ਜੇ ਸੁਮੇਧ ਸਿੰਘ ਸੈਣੀ ਐਕਚੁਅਲੀ ਕੰਪੀਟੈਂਟ ਆਫਿਸਰ ਸੀ, ਨਾ ਉਹਨੂੰ ਉਮਰਾ ਨੰਗਲ ਵਰਗੇ ਆਫਿਸਰਸ ਨੂੰ ਨਾਲ ਰੱਖਣ ਦੀ ਲੋੜ ਸੀ, ਨਾ ਉਹਨੂੰ ਪੁੱਲੇ ਵਰਗਿਆਂ ਨਾਲ ਦੋਸਤੀ ਰੱਖਣ ਦੀ ਲੋੜ ਸੀ। ਜੇ ਸੈਣੀ ਇੰਨਾ ਅਪਰਾਈਟ ਸੀ, ਕ੍ਰਿਮੀਨਲ ਪੁੱਲਾ ਵਰਗੇ ਕ੍ਰਿਮੀਨਲ ਦੀ ਕ੍ਰਿਮੇਸ਼ਨ ਤੇ ਕਿਉਂ ਜਾ ਰਿਹਾ?
ਦਸਤਾਰਬੰਦੀ ਕਿਉਂ ਕਰਵਾ ਰਿਹਾ? ਮੈਂ ਤਾਂ ਇਨਫੈਕਟ ਆਪ ਫੀਲ ਕਰਦਾ ਸੁਮੇਧ ਸਿੰਘ ਸੈਣੀ ਸ਼ੁੱਡ ਬੀ ਈਵਨ ਪ੍ਰੋਸੀਕਿਊਟਡ ਫॉर ਹਾਰਬਰਿੰਗ ਐਨ ਅਫੈਂਡਰ। ਪੁੱਲੇ ਨੂੰ ਹਾਰਬਰ ਕਰਨ ਲਈ ਸੁਮੇਧ ਸਿੰਘ ਸੈਣੀ ਤੇ ਪਰਚਾ ਬਣਦਾ ਹੈ, ਕਿਉਂਕਿ ਪੁੱਲਾ ਇੱਕ ਕ੍ਰਿਮੀਨਲ ਸੀ ਔਰ ਸੁਮੇਧ ਸਿੰਘ ਸੈਣੀ ਦੇ ਬਿਹੈਸਟ ਤੇ ਉਹਨੇ ਹਾਈ ਕੋਰਟ ਦੇ ਜੱਜ ਨੂੰ ਵੀ ਧਮਕਾਇਆ ਹੋਇਆ। ਉਹ ਚੀਜ਼ ਔਨ ਰਿਕਾਰਡ ਹੈ, ਜਜਮੈਂਟ ਦਾ ਪਾਰਟ ਹੈ। ਸੋ ਇਸ ਕਰਕੇ ਉਮਰਾ ਨੰਗਲ ਵਰਗੇ ਨੂੰ ਬਿਲਡਅਪ ਕਰਨਾ, ਉਹਨੂੰ ਬਚਾ ਕੇ ਰੱਖਣਾ ਔਰ ਉਹਨੂੰ ਇਹੋ ਜਿਹੇ ਕੰਮਾਂ ਲਈ ਯੂਜ਼ ਕਰਨਾ, ਉਹਨੂੰ ਇੰਚਾਰਜ ਬਣਾਉਣਾ ਇਹੋ ਜਿਹੇ ਟਾਈਮ ਤੇ, ਉਹ ਸੁਮੇਧ ਸਿੰਘ ਸੈਣੀ ਦੀ ਆਦਤ ਹੈ। ਉਹ ਸੁਮੇਧ ਸਿੰਘ ਸੈਣੀ ਦੇ ਮਤਲਬ ਦੇ ਲਈ ਕੁਝ ਵੀ ਕਰ ਸਕਦਾ ਹੈ ਔਰ ਉਹੀ ਚੀਜ਼ ਉਹਨੇ ਕੀਤੀ। ਇੱਕ ਕਮੇਟੀ ਬਣੀ ਸੀ ਔਰ ਉਸ ਕਮੇਟੀ ਦੇ ਹੈੱਡ ਜਾਂ ਕਮਿਸ਼ਨ ਕਹਿ ਲਈਏ, ਕਮਿਸ਼ਨ ਦੇ ਹੈੱਡ ਜਸਟਿਸ ਰਣਜੀਤ ਸਿੰਘ ਸੀਗੇ। ਉਹਨਾਂ ਨੇ ਇੱਕ ਇਨਵੈਸਟੀਗੇਸ਼ਨ ਕਰਕੇ ਇੱਕ ਰਿਪੋਰਟ ਦਿੱਤੀ ਸੀ ਬਰਗਾੜੀ ਬਾਈਬਲ ਕਲਾਂ ਦੇ ਉੱਪਰ। ਉਸ 'ਤੇ ਵੀ ਥੋੜ੍ਹੀ ਜਿਹੀ ਸਾਡੇ ਦਰਸ਼ਕਾਂ ਨੂੰ ਚਾਨਣ ਪਾਓ ਵੀ ਉਹ ਕੀ ਰਿਪੋਰਟ ਸੀ। ਉਹਨਾਂ ਨੇ ਇਹ ਸ਼ੋਅ ਕੀਤਾ ਕਿ ਕਿਸ ਤਰ੍ਹਾਂ ਇਨੋਸੈਂਟ ਐਂਡ ਅਨਆਰਮਡ ਪਬਲਿਕ ਦੇ ਉੱਤੇ ਪੁਲਿਸ ਨੇ ਫਾਇਰਿੰਗ ਕੀਤੀ, ਕਿਸ ਤਰ੍ਹਾਂ ਲੋਕਾਂ ਦੇ ਉੱਤੇ ਟ੍ਰੈਜੈਕਟਰੀ ਨਾਲ ਗੋਲੀ ਚੱਲ ਕੇ ਜਾ ਕੇ ਵੱਜੀ ਹੈ, ਕਿਸ ਤਰ੍ਹਾਂ AK-47 ਯੂਜ਼ ਹੋਈ ਹੈ, ਜਿਹੜੀ ਕਿ ਇੱਕ ਪੀਸਫੁਲ ਮੌਬ ਨੂੰ ਕੰਟਰੋਲ ਕਰਨ ਦੇ ਲਈ ਕਦੇ ਯੂਜ਼ ਨਹੀਂ ਕੀਤੀ ਜਾਂਦੀ। ਮੰਨ ਲਓ ਰਾਈਟ ਕੰਟਰੋਲ ਵੀ ਹੋਵੇ, AK-47 ਯੂਜ਼ ਨਹੀਂ ਹੁੰਦੀ। ਇੱਥੇ AK-47 ਯੂਜ਼ ਕੀਤੀ ਗਈ ਔਰ ਉਹ ਵੀਡੀਓ ਵੀ ਹੈ AK-47 ਯੂਜ਼ ਕਰਦੇ ਹੋਏ ਪੁਲਿਸ ਵਾਲਿਆਂ ਵੱਲੋਂ। ਔਰ AK-47 ਪੁਲਿਸ ਵਾਲਿਆਂ ਤੋਂ ਇਲਾਵਾ ਪਬਲਿਕ ਕੋਲ ਤਾਂ ਹੋ ਹੀ ਨਹੀਂ ਸਕਦੀ, ਕਿਸੇ ਹੋਰ ਕੋਲ ਹੋ ਹੀ ਨਹੀਂ ਸਕਦੀ, ਪ੍ਰੋਹਿਬਿਟਡ ਬੋਰ ਹੈ। ਸੋ ਉਸ ਚੀਜ਼ ਕਰਕੇ ਉਹ ਸਾਰੀਆਂ ਫਾਈਂਡਿੰਗ ਸਭ ਤੋਂ ਪਹਿਲਾਂ ਆਈਆਂ ਉਸ ਕਮਿਸ਼ਨ ਦੀ ਰਿਪੋਰਟ ਦੇ ਵਿੱਚ, ਜਿਹਦੇ ਵਿੱਚ ਜਸਟਿਸ ਰਣਜੀਤ ਸਿੰਘ ਨੇ ਆਹ ਫੈਕਟਸ ਹਾਈਲਾਈਟ ਕੀਤੇ ਕਿ ਕਿਸ ਤਰ੍ਹਾਂ ਇਨੋਸੈਂਟ ਪਬਲਿਕ ਦੇ ਉੱਤੇ ਪੁਲਿਸ ਨੇ ਐਵੀਡੈਂਸ ਫੈਬਰੀਕੇਟ ਕਰਕੇ ਝੂਠਾ ਪਰਚਾ ਬਣਾਇਆ ਹੈ ਔਰ ਕਿਸ ਤਰ੍ਹਾਂ ਸੁਮੇਧ ਸਿੰਘ ਸੈਣੀ ਔਰ ਆਹ ਆਫਿਸਰਸ ਦੀ ਇਨਵੋਲਵਮੈਂਟ ਸੀਗੀ ਇਹ ਇਲੀਗਲ ਕੰਮਾਂ ਨੂੰ ਅੰਜਾਮ ਦੇਣ 'ਚ। ਕੁੰਵਰ ਵਿਜੇ ਨੂੰ ਬਦਲਾਉਣ ਵਾਸਤੇ ਪੰਜਾਬ ਪੁਲਿਸ ਦੇ ਕੁਝ ਅਫਸਰ, ਕੁਝ ਐਡਵੋਕੇਟ ਜਨਰਲ ਦੇ ਆਫਿਸ ਦੇ ਕੁਝ ਬੰਦੇ ਬਹੁਤ ਦਿਲੋਂ ਲੱਗੇ ਹੋਏ ਸੀਗੇ ਕਿ ਕਿਸੇ ਤਰੀਕੇ IG ਕੁੰਵਰ ਵਿਜੇ ਬਦਲ ਜੇ ਔਰ ਇਹ ਕਿਸੇ ਐਸੇ ਬੰਦੇ ਕੋਲ ਇਨਕੁਆਇਰੀ ਚੱਲ ਜੇ ਜਿਹੜਾ ਕਿ ਸੈਣੀ ਦਾ ਚਾਹਤਾ ਹੋਵੇ। ਤੁਸੀਂ ਇਸ ਬਾਰੇ ਕੀ ਕਹੋਗੇ? ਸਰ ਹੁਣ ਤਾਂ ਚਲਾਨ ਫਾਈਲ ਹੋ ਗਿਆ, ਹੁਣ ਕੀ ਫਰਕ ਪੈਂਦਾ? ਹੁਣ ਜਦੋਂ ਚਲਾਨ ਫਾਈਲ ਹੋ ਗਿਆ, ਸੈਣੀ ਦਾ ਰੋਲ ਹਾਈਲਾਈਟ ਹੋ ਕੇ ਚਾਰਜਸ਼ੀਟ ਫਾਈਲ ਹੋ ਗਈ ਕੋਰਟ ਦੇ ਵਿੱਚ ਦੋਵਾਂ ਕੇਸਿਸ ਦੇ ਵਿੱਚ। ਹੁਣ ਜੇ ਤੁਸੀਂ ਉਹਨਾਂ ਨੂੰ ਇਨਵੈਸਟੀਗੇਸ਼ਨ ਤੋਂ ਬਦਲ ਵੀ ਦਿੰਦੇ ਹੋ ਤਾਂ ਵੀ ਮੇਰੇ ਖਿਆਲ ਨਾਲ ਔਨ ਰਿਕਾਰਡ ਰਹਿ ਗਿਆ ਸਾਰਾ ਕੁਝ। ਬਿਕੋਜ਼ ਹੁਣ ਤਾਂ ਗੱਲ ਇਹ ਸੀ ਕਿ ਸੁਮੇਧ ਸਿੰਘ ਸੈਣੀ ਦਾ ਜਦੋਂ ਤੱਕ ਰੋਲ ਹਾਈਲਾਈਟ ਨਹੀਂ ਹੋਇਆ ਸੀ, ਇਹ ਸੁਮੇਧ ਸਿੰਘ ਸੈਣੀ ਸਾਰੀ ਭੱਜ ਦੌੜ ਕਰ ਰਿਹਾ ਸੀ। ਮੈਨੂੰ ਇਸ ਚੀਜ਼ ਬਾਰੇ ਕੋਈ ਨੌਲੇਜ ਨਹੀਂ ਹੈ ਕਿ ਉਹਨੇ ਕੀ ਕੀਤੀ, ਕੀ ਭੱਜ ਦੌੜ ਕੀਤੀ, ਕਿਹੜੇ ਬੰਦੇ ਨਾਲ ਰਲੇ। ਪਰ ਮਿਸਟਰ ਕੁੰਵਰ ਵਿਜੇ ਨੇ ਇੱਕ ਵਾਰੀ ਕਮੈਂਡੇਬਲ ਚੀਜ਼ ਕਰਤੀ ਆ, ਚਲਾਨ ਸੁਮੇਧ ਸਿੰਘ ਸੈਣੀ ਦੇ ਖਿਲਾਫ ਫਾਈਲ ਕਰਕੇ, ਔਰ ਬੜਾ ਟਾਈਮਲੀ ਫਾਈਲ ਹੋਇਆ ਹੈ। ਬਿਕੋਜ਼ ਸੁਮੇਧ ਸਿੰਘ ਸੈਣੀ ਦੇ ਖਿਲਾਫ ਇੱਕ ਕਾਨੂੰਨੀ ਸ਼ਿਕੰਜਾ ਕੱਸਿਆ ਜਾਣਾ ਬਹੁਤ ਜ਼ਰੂਰੀ ਹੈ। ਬਰਗਾੜੀ ਔਰ ਬਾਈਬਲ ਕਲਾਂ ਦੇ ਜਿਹੜੀ ਅੱਜ ਇਹ ਚਾਰਜਸ਼ੀਟ ਫਾਈਲ ਹੋਈ ਹੈ, ਇਸ ਦੇ ਵਿੱਚ ਦੋ ਬੰਦਿਆਂ ਦਾ ਬਹੁਤ ਅਹਿਮ ਰੋਲ ਹੈ। ਇੱਕ ਜਸਟਿਸ ਰਣਜੀਤ ਸਿੰਘ ਜਿਨ੍ਹਾਂ ਨੇ ਆਪਣੀ ਇੱਕ ਰਿਪੋਰਟ ਬਣਾ ਕੇ ਦਿੱਤੀ, ਦੂਸਰਾ IG ਕੁੰਵਰ ਵਿਜੇ ਜਿਨ੍ਹਾਂ ਨੇ ਚਲਾਨ ਪੇਸ਼ ਕੀਤਾ। ਇਹਨਾਂ ਦੋਨਾਂ ਨੇ ਜਿਹੜਾ ਕਿ ਸੈਣੀ ਹੈ ਉਹਨੂੰ ਬੇਨਕਾਬ ਕੀਤਾ, ਉਹਦੀ ਅਸਲੀਅਤ ਬਾਹਰ ਲੈ ਕੇ ਆਈ। ਹੋਰ ਵੀ ਜਿਹੜੇ ਅਫਸਰ ਸੀਗੇ ਉਹਨਾਂ ਦੀ ਅਫਸਰਾਂ ਦੀ ਅਸਲੀਅਤ ਬਾਹਰ ਲੈ ਕੇ ਆਏ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ। नेशनल बज़ पर लेटेस्ट न्यूज और एंटरटेनमेंट वीडियोस देखने के लिए सब्सक्राइब करें, लाइक करें, कमेंट करें और शेयर करें। थैंक्स फॉर वॉचिंग।